ਹੈਲੋ एवरीवन ਵੈਲਕਮ ਟੂ ਸ਼੍ਰੀ ਸ਼ੌਕਤ ਹੇਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਤੁਹਾਡੇ ਲਈ ਨਵਾਂ ਐਨਾਲਿਸਿਸ ਲੈ ਕੇ 2364 ਈਟੀਟੀ ਪੋਸਟਾਂ ਦਾ। ਕਿ ਆਪਾਂ ਨੂੰ ਪਤਾ ਹੈ ਅੱਜ ਇੱਕ ਨਵਾਂ ਨੋਟਿਸ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਜਿਹੜੀ ਕੈਟੇਗਰੀ ਚੇਂਜ ਕਰਨ ਦਾ ਜਿਹੜੀ ਆਪਸ਼ਨ ਦਿੱਤੀ ਗਈ ਸੀਗੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਨੋਟਿਸ ਜਾਰੀ ਕੀਤਾ ਗਿਆ ਸੀਗਾ ਕਿ ਜਿਹੜੀ ਦੁਬਾਰਾ ਸੋਧ ਕਰਨ ਲਈ ਉਹਨਾਂ ਨੇ ਨੋਟਿਸ ਦਿੱਤਾ ਸੀਗਾ ਉਸ ਨੂੰ ਵਾਪਸ ਲਿੱਤਾ ਗਿਆ। ਲੇਕਿਨ ਅੱਜ ਇੱਕ ਨਵਾਂ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਜਿਹੜੇ ਜਿੰਨੀਆਂ ਵੀ ਸੋਧਾਂ ਕਰਨ ਲਈ, ਯਾਨੀ ਕਿ ਕੈਟੇਗਰੀ ਦੇ ਵਿੱਚ ਜਿੰਨੀਆਂ ਵੀ ਸੋਧਾਂ ਕਰਨ ਲਈ ਤੁਹਾਨੂੰ ਆਪਸ਼ਨ ਦਿੱਤੇ ਗਏ ਸੀ ਕੈਂਡੀਡੇਟਸ ਨੂੰ, ਉਹ ਸਾਰੇ ਹੀ ਵਾਪਸ ਲਿੱਤੇ ਜਾਂਦੇ ਹਨ ਤੇ ਉਹੀ ਕੈਟੇਗਰੀ ਹੁਣ ਮੰਨੀ ਜਾਏਗੀ ਜਿਹੜੀ ਕਿ ਕੈਂਡੀਡੇਟਸ ਨੇ ਆਪਣੀ ਫੀਸ ਭਰਨ ਲੱਗਿਆਂ, ਆਪਣਾ ਚਲਾਨ ਕਨਫਰਮ ਕਰਨ ਲੱਗਿਆਂ ਜਿਹੜੀ ਹੈ ਭਰੀ ਸੀਗੀ। ਤਾਂ ਹੁਣ ਇਸ ਤੋਂ ਬਾਅਦ ਯਾਨੀ ਕਿ ਜਦ ਤੁਸੀਂ ਫੀਸ ਭਰੀ ਸੀਗੀ ਉਸ ਤੋਂ ਬਾਅਦ ਜਿੰਨੀਆਂ ਵੀ ਸੋਧਾਂ ਆਈਆਂ ਕੈਟੇਗਰੀ ਚੇਂਜ ਕਰਨ ਦੇ ਵਿੱਚ ਤੇ ਤੁਸੀਂ ਉਸ ਨੂੰ ਸੋਧ ਕਰਵਾਇਆ, ਉਹ ਸਾਰੀਆਂ ਹੀ ਹੁਣ ਖਾਰਜ ਹੋਣਗੀਆਂ ਤੇ ਤੁਹਾਡੀ ਉਹੀ ਜਿਹੜੀ ਕੈਟੇਗਰੀ ਮੰਨੀ ਜਾਏਗੀ ਜਿਹੜੀ ਤੁਹਾਨੂੰ ਫੀਸ ਭਰਨ ਲੱਗਿਆਂ ਭਰੀ ਸੀ। ਤਾਂ ਇਸ ਦਾ ਜਿਹੜਾ ਇਫੈਕਟ ਆ ਉਹ ਕਿਸ ਤਰ੍ਹਾਂ ਪਏਗਾ ਔਰ ਕਿਹੜੀ ਕੈਟੇਗਰੀਜ਼ ਨੂੰ ਪਏਗਾ, ਦੇਖੋ ਇੱਕ ਗੱਲ ਤਾਂ ਇੱਥੇ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਅਗਰ ਆਪਾਂ 2364 ਈਟੀਟੀ ਪੋਸਟਾਂ ਦੀ ਗੱਲ ਕਰ ਲਈਏ, ਮੈਂ ਤੁਹਾਡੇ ਸਾਹਮਣੇ ਸਾਰੀ ਕੈਟੇਗਰੀਜ਼ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ, ਟੋਟਲ ਪੋਸਟ ਇੱਥੇ ਲਿਖੀ ਹੋਈ ਹੈ। ਕੈਂਡੀਡੇਟਸ ਕੋਲਡ ਕੈਂਡੀਡੇਟਸ ਜਿਹੜੀ ਫਸਟ ਲਿਸਟ 'ਤੇ ਕੋਲ ਕੀਤੇ ਗਏ ਸੀਗੇ, ਦੈਨ 22 ਦਸੰਬਰ ਨੂੰ ਕੋਲ ਕੀਤੇ ਗਏ ਸੀ, 19 ਜਨਵਰੀ ਨੂੰ ਕੋਲ ਕੀਤੇ ਗਏ ਸੀ, ਉਹ ਸਾਰੀਆਂ ਲਿਸਟਾਂ ਦੀ ਡਿਟੇਲ ਜਿਹੜੀ ਆ ਤੁਹਾਡੇ ਸਾਹਮਣੇ ਲਿਖੀ ਹੋਈ ਹੈ। ਤੇ ਲਾਸਟ ਮਾਰਕਸ ਜਿਹੜੇ ਆ 19 ਜਨਵਰੀ ਨੂੰ ਜੋ ਕੋਲ ਕੀਤੇ ਗਏ ਸੀ ਉਹ ਵੀ ਨਾਲ ਹੀ ਲਿਖੇ ਹੋਏ ਆ। ਤੇ ਇਹਦੇ ਵਿੱਚ ਆਪਾਂ ਗੱਲ ਕਰ ਲਈਏ ਕਿ ਕਿਸ 'ਤੇ ਔਰ ਕਿਸ ਤਰ੍ਹਾਂ ਇਫੈਕਟ ਪਏਗਾ। ਦੇਖੋ ਜਿਹੜੀ ਵੀ ਕੈਂਡੀਡੇਟਸ ਨੇ ਆਪਣੀ ਕੈਟੇਗਰੀ ਚੇਂਜ ਕਰਵਾਈ ਸੀ, ਯਾਨੀ ਕਿ ਕੈਂਡੀਡੇਟ ਚੇਂਜ ਕਰਕੇ ਅਗਰ ਦੂਸਰੀ ਕੈਟੇਗਰੀ ਦੇ ਵਿੱਚ ਜਾਂਦਾ ਹੈ, ਹੁਣ ਉਹ ਉਸ ਲਿਸਟ ਦੇ ਵਿੱਚੋਂ ਬਾਹਰ ਹੋਏਗਾ, ਆਪਣੀ ਪੁਰਾਣੀ ਕੈਟੇਗਰੀ ਦੇ ਵਿੱਚ ਜਾਏਗਾ, ਜਿਸ ਦੇ ਵਿੱਚ ਚੇਂਜ ਕਰਕੇ ਉਹ ਪਹਿਲਾਂ ਗਿਆ ਸੀ ਉਹਦੀ ਜਿਹੜੀ ਮੈਰਿਟ ਲਿਸਟ ਹੈਗੀ ਹੈ ਉਹ ਡਾਊਨ ਜਾਏਗੀ। ਅਗਰ ਆਪਾਂ ਗੱਲ ਕਰ ਲਈਏ EWS ਦੀ, ਕਿਉਂਕਿ ਸਾਰੇ ਕੈਂਡੀਡੇਟਸ ਇੱਦਾਂ ਦੇ ਆ ਜਿਨ੍ਹਾਂ ਨੇ ਆਪਣੀ ਕੈਟੇਗਰੀ ਚੇਂਜ ਕਰਕੇ EWS ਦੀ ਕੈਟੇਗਰੀ ਦੇ ਵਿੱਚ ਜਿਹੜੇ ਆ ਉਹ ਕਨਵਰਟ ਹੋਏ ਸੀ। ਹਾਂਜੀ, ਫॉर एग्जांपल अगर कोई कैंडिडेट है जिसਦੇ 71 ਮਾਰਕਸ ਹੈ, 71 ਮਾਰਕਸ ਸੀਗੇ ਪਹਿਲਾਂ, ਅਗਰ ਸਭ ਤੋਂ ਫਸਟ ਵਾਲੀ ਲਿਸਟ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਓਪਨ ਦੇ ਵਿੱਚ ਜੋ ਸਭ ਤੋਂ ਪਹਿਲਾਂ ਮੈਰਿਟ ਗਈ ਸੀਗੀ ਉਹ ਗਈ ਸੀ 74। ਤਾਂ 71 ਵਾਲੇ ਦੇ ਜਿਹੜੇ ਮਾਰਕਸ ਹੈਗੇ ਆ ਉਸਦੇ ਅਕੋਰਡਿੰਗ ਉਹ ਓਪਨ ਵਾਲੀ ਲਿਸਟ ਦੇ ਵਿੱਚ ਜਿਹੜਾ ਨਹੀਂ ਆ ਰਿਹਾ ਸੀ। ਅਗਰ ਉਹ ਕੈਟੇਗਰੀ ਚੇਂਜ ਕਰਵਾ ਕੇ EWS ਦੇ ਵਿੱਚ ਜਿਹੜੇ ਹੈ ਕੈਟੇਗਰੀ ਦੇ ਵਿੱਚ ਜਾਂਦਾ ਤਾਂ ਆਪਾਂ ਨੂੰ ਪਤਾ EWS ਦੇ ਵਿੱਚ ਜਿਹੜੇ ਹੈ ਉਹਨਾਂ ਨੂੰ ਈਜ਼ੀਲੀ ਮਿਲ ਰਿਹਾ ਸੀਗਾ। ਈਜ਼ੀਲੀ ਪਤਾ ਹੈ ਕਿ EWS ਦੀ ਜਿਹੜੀ ਕੈਟੇਗਰੀ ਹੈ ਫਸਟ ਲਿਸਟ ਦੇ ਵਿੱਚ 68 ਗਈ ਸੀ, ਤਾਂ EWS ਦੇ ਵਿੱਚ ਉਸਦਾ ਪੂਰਾ ਚਾਂਸ ਜਿਹੜਾ ਉਹ ਬਣ ਰਿਹਾ ਸੀਗਾ। ਤੇ ਲੇਕਿਨ ਹੁਣ ਕਿਉਂਕਿ ਉਹਨਾਂ ਨੇ ਨੋਟਿਸ ਦੇ ਥਰੂ ਸਾਰੀਆਂ ਕੈਟੇਗਰੀਜ਼ ਦਾ ਜਿਹੜਾ ਨੋਟਿਸ ਹੈ ਉਹ ਖਾਰਿਜ ਕਰ ਦਿੱਤਾ ਗਿਆ, ਤਾਂ ਉਹ ਕੈਂਡੀਡੇਟ ਵਾਪਸ ਤੋਂ ਆਪਣੀ ਜਨਰਲ ਕੈਟੇਗਰੀ ਦੇ ਵਿੱਚ ਜਾਏਗਾ ਤੇ ਇੱਥੇ EWS ਦੀ ਜਿਹੜੀ ਮੈਰਿਟ ਹੈਗੀ ਫਿਰ ਉਹ ਹੋਰ ਵੀ ਜ਼ਿਆਦਾ ਡਾਊਨ ਜਾਏਗੀ। ਸੋ ਇਸ ਤਰ੍ਹਾਂ ਜਿੰਨੇ ਵੀ ਕੈਂਡੀਡੇਟਸ ਹੈਗੇ ਆ ਜਿਨ੍ਹਾਂ ਨੇ ਚੇਂਜ ਕਰਕੇ EWS ਦੀ ਕੈਟੇਗਰੀ ਦੇ ਵਿੱਚ ਗਏ ਸੀਗੇ, ਜਨਰਲ ਤੋਂ ਚੇਂਜ ਕਰਕੇ EWS ਕੈਟੇਗਰੀ ਦੇ ਵਿੱਚ ਗਏ ਸੀ, ਤਾਂ ਵਾਪਸ ਤੋਂ ਆਪਣੀ ਜਨਰਲ ਕੈਟੇਗਰੀ ਦੇ ਵਿੱਚ ਜਿਹੜੇ ਕੰਸੀਡਰ ਕੀਤੇ ਜਾਣਗੇ, ਵਾਪਸ ਆਪਣੀ ਜਨਰਲ ਕੈਟੇਗਰੀ ਦੇ ਵਿੱਚ ਜਾਣਗੇ। ਤੇ ਜਿਸ ਨਾਲ EWS ਦੀ ਜਿਹੜੀ ਮੈਰਿਟ ਹੈਗੀ ਹੈ ਪਹਿਲਾਂ 68 ਗਈ ਸੀਗੀ, ਹੁਣ ਉਹ ਕਾਫੀ ਡਾਊਨ ਜਿਹੜੀ ਇੱਥੇ ਜਾਂਦੀ ਨਜ਼ਰ ਆਉਂਦੀ ਹੈ। ਬਹੁਤ ਸਾਰੇ ਕੈਂਡੀਡੇਟ ਸੀ ਜਿਨ੍ਹਾਂ ਨੇ EWS 'ਚ ਚੇਂਜ ਕਰੀ ਸੀ, ਉਹਨੂੰ ਸਾਰੇ ਕੈਂਡੀਡੇਟਸ ਜਿਹੜੇ ਆਊਟ ਹੋਣਗੇ, ਆਪਣੀ ਆਪਣੀ ਕੈਟੇਗਰੀਜ਼ ਦੇ ਵਿੱਚ ਕੰਸੀਡਰ ਕੀਤੇ ਜਾਣਗੇ ਤੇ ਇਸ ਲਈ ਫਿਰ EWS ਦੀ ਮੈਰਿਟ ਜਿਹੜੀ ਆ ਉਹ ਡਾਊਨ ਜਾਏਗੀ, ਔਰ ਕਾਫੀ ਡਾਊਨ ਜਾਏਗੀ ਕਿਉਂਕਿ ਜਿੱਥੇ ਤੱਕ ਮੈਨੂੰ ਨਿਊਜ਼ ਮਿਲੀ ਹੈ ਬਹੁਤ ਸਾਰੇ ਕੈਂਡੀਡੇਟ ਸੀ ਜੋ EWS ਦੇ ਵਿੱਚ ਕਨਵਰਟ ਹੋਏ ਸੀ, ਤਾਂ ਫਿਰ ਉਹ ਸਾਰੇ ਹੀ ਕੈਂਡੀਡੇਟਸ ਜਿਹੜੇ ਹੁਣ ਆਊਟ ਹੋਣਗੇ ਤੇ ਜਿਹੜੀ ਮੈਰਿਟ ਡਾਊਨ ਹੈ ਉਹ ਕਾਫੀ ਜਾਏਗੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਹੋਰ ਕੈਟੇਗਰੀਜ਼ ਦੀ, ਕੈਟੇਗਰੀਜ਼ ਦੇ ਵਿੱਚ ਵੀ ਜਿਵੇਂ ਅਗਰ ਆਪਾਂ ਦੇਖੀਏ ਮੋਸਟਲੀ ESM ਦੀ ਕੈਟੇਗਰੀ ਕੰਸੀਡਰ ਕਰ ਲਈਏ, ਜਿੰਨੇ ਵੀ ESM ਦੀ ਕੈਟੇਗਰੀਜ਼ ਹੈ, ਤਾਂ ਮੈਨੂੰ ਥੋੜ੍ਹੀ ਬਹੁਤ ਨਿਊਜ਼ ਇਹ ਵੀ ਮਿਲੀ ਸੀਗੀ ਕਿ ESM ਦੇ ਵਿੱਚ ਵੀ ਕਾਫੀ ਜਿਹੜੇ ਕੈਂਡੀਡੇਟਸ ਕਨਵਰਟ ਹੋਏ ਸੀ। ਤਾਂ ESM ਦੇ ਵਿੱਚ ਅਗਰ ਕਨਵਰਟ ਹੋਏ ਸੀ ਤਾਂ ਵਾਪਸ ਤੋਂ ਆਪਣੀ ਕੈਟੇਗਰੀਜ਼ ਦੇ ਵਿੱਚ ਵਾਪਸ ਜਾਣਗੇ ਜਿੱਥੇ ਵੀ ਉਹਨਾਂ ਨੇ ਜਿਹੜੀ ਚੇਂਜ ਕਰਵਾਈ ਸੀਗੀ, ਤਾਂ ਫਿਰ ESM ਦੀ ਜਿਹੜੀ ਹੈਗੀ ਹੈ ਮੈਰਿਟ ਉਹ ਵੀ ਕਾਫੀ ਜਿਹੜੀ ਇੱਥੇ ਡਾਊਨ ਜਾਂਦੀ ਨਜ਼ਰ ਆਉਂਦੀ ਹੈ। ਕਿ ਕਿਸਨੇ ਜਿਹੜੀ ਹੈਗੀ ਆਪਣੀ ਕੈਟੇਗਰੀ ਕਿਸੇ ਵੀ ਰੀਜ਼ਨ ਕਰਕੇ ਜਿਸ 'ਚ ਵੀ ਚੇਂਜ ਕਰਵਾਈ ਹੈ ਉਸਦੇ ਵਿੱਚੋਂ ਵਾਪਸ ਉਹ ਆਪਣੀ ਪੁਰਾਣੀ ਕੈਟੇਗਰੀ ਦੇ ਵਿੱਚ ਹੁਣ ਜਾਏਗਾ, ਜਿਸ ਨਾਲ ਬਾਕੀ ਸਾਰੀ ਕੈਟੇਗਰੀਜ਼ ਦੀ ਜਿਹੜੀ ਜਿੱਥੋਂ ਵੀ ਜਿਹੜੇ ਕੈਂਡੀਡੇਟਸ ਨਿਕਲਣਗੇ ਉੱਥੇ ਉਹਨਾਂ ਦੀ ਮੈਰਿਟ ਜਿਹੜੀ ਹੈ ਡਾਊਨ ਜਾਏਗੀ। ਤਾਂ ਹੁਣ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ, ਜੇ ਆਪਾਂ ਸਿੱਧੀ ਜਿਹੀ ਗੱਲ ਕਰੀਏ ਇੱਥੇ, ਕਿਉਂਕਿ ਨੋਟਿਸ ਜਿਹੜੇ ਆ ਚੇਂਜ ਕਰਨ ਦੇ ਸਾਰੇ ਹੀ ਵਾਪਸ ਲੈ ਲਏ ਗਏ ਆ, ਤਾਂ ਦੇਖਿਆ ਜਾਏ ਤਾਂ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਫਸਟ ਲਿਸਟ ਆਏਗੀ ਕਿ ਸੈਕਿੰਡ ਲਿਸਟ ਆਏਗੀ ਕਿ ਥਰਡ ਲਿਸਟ ਆਏਗੀ। ਇੱਕ ਤਰੀਕੇ ਨਾਲ ਸਾਰਾ ਹੀ ਪ੍ਰੋਸੈਸ ਜਿਹੜਾ ਇੱਥੇ ਜਿਹੜਾ ਦੁਬਾਰਾ ਤੋਂ ਹੁੰਦਾ ਨਜ਼ਰ ਆਉਂਦਾ ਹੈ, ਕਿਉਂਕਿ ਲਿਸਟਾਂ ਜਿਹੜੀਆਂ ਨੇ ਹੁਣ ਦੁਬਾਰਾ ਤੋਂ ਬਣਨਗੀਆਂ। ਫਸਟ ਲਿਸਟ ਹੀ ਜਿਹੜੀ ਹੈਗੀ ਆ ਉਹ ਦੁਬਾਰਾ ਬਣਾਈ ਜਾਏਗੀ। ਕਿਸ ਦੇ ਅਕੋਰਡਿੰਗ ਬਣਾਈ ਜਾਏਗੀ? ਉਸ ਅਕੋਰਡਿੰਗ ਬਣਾਈ ਜਾਏਗੀ ਜਿਹੜੀਆਂ ਕੈਟੇਗਰੀਜ਼ ਤੁਹਾਨੂੰ ਫੀਸ ਭਰਨ ਲੱਗਿਆਂ ਭਰੀ ਸੀਗੀ। ਤਾਂ ਜਿਹੜੀ ਕੈਟੇਗਰੀ ਤੁਹਾਨੂੰ ਫੀਸ ਭਰਨ ਟਾਈਮ ਜਿਹੜੀ ਕੈਟੇਗਰੀ ਆਪਣੀ ਚੂਜ਼ ਕੀਤੀ ਸੀਗੀ ਉਸ ਦੇ ਅਕੋਰਡਿੰਗ ਜਿਹੜੀਆਂ ਨੇ ਫਸਟ ਲਿਸਟ ਹੀ ਹੁਣ ਇੱਕ ਤਰੀਕੇ ਨਾਲ ਦੁਬਾਰਾ ਜਿਹੜੀ ਆ ਉਹ ਆਏਗੀ। ਹਾਂਜੀ, ਇਸੇ ਤਰ੍ਹਾਂ ਅਗਰ ਆਪਾਂ ਮਾਸਟਰ ਕੈਡਰ ਦੀ ਗੱਲ ਕਰ ਲਈਏ ਤਾਂ ਮਾਸਟਰ ਕੈਡਰ ਦੇ ਵਿੱਚ ਵੀ ਸਾਰੇ ਹੀ ਕੈਟੇਗਰੀਜ਼ 'ਤੇ ਹੁਣ ਇੱਕ ਇਫੈਕਟ ਇਹ ਵੀ ਪਏਗਾ। ਇਸ ਤੋਂ ਪਹਿਲਾਂ ਬਹੁਤ ਸਾਰੇ ਨੋਟਿਸਿਸ ਆਏ ਜਿਸ ਦਾ ਇਫੈਕਟ ਕੀ ਪਏਗਾ ਉਹ ਸਾਰੀ ਆਪਾਂ ਡਿਸਕਸ ਕੀਤਾ ਡਿਟੇਲ ਦੇ ਵਿੱਚ, ਲੇਕਿਨ ਹੁਣ ਅੱਜ ਦਾ ਜਿਹੜਾ ਨੋਟਿਸ ਹੈਗਾ ਉਸ ਦਾ ਇਫੈਕਟ ਮਾਸਟਰ ਕੈਡਰ 'ਤੇ ਵੀ ਇਸ ਤਰ੍ਹਾਂ ਹੀ ਪਏਗਾ ਕਿ ਜਿਹੜੀ ਵੀ ਕੈਟੇਗਰੀਜ਼ ਦੇ ਵਿੱਚ ਕੈਂਡੀਡੇਟਸ ਨੇ ਕਨਵਰਟ ਕੀਤਾ ਹੋਏਗਾ ਆਪਣੇ ਆਪ ਨੂੰ, ਉਹ ਵਾਪਸ ਆਪਣੀ ਕੈਟੇਗਰੀਜ਼ ਦੇ ਵਿੱਚ ਜਾਣਗੇ ਤੇ ਜਿਹੜੀ ਉਸ ਕੈਟੇਗਰੀਜ਼ ਦੀ ਲਿਸਟ ਹੈਗੀ, ਜਿਹੜੀ ਮੈਰਿਟ ਹੈਗੀ ਉਹ ਡਾਊਨ ਜਾਏਗੀ। ਇਸ ਤੋਂ ਪਹਿਲਾਂ ਜਿਹੜਾ ਨੋਟਿਸ ਸੀਗਾ ਵਾਪਸ ਲੈਣ ਦਾ ਕੈਟੇਗਰੀ ਸਿਰਫ ਉਹਨਾਂ ਲਈ ਸੀਗਾ ਜਿਹੜਾ ਦੁਬਾਰਾ ਸੋਧ ਕਰਨ ਲਈ ਪੋਰਟਲ ਖੁੱਲਿਆ ਸੀਗਾ, ਸਿਰਫ ਉਹ ਵਾਲੀ ਕੈਟੇਗਰੀਜ਼
ਦਾ ਇਫੈਕਟ ਜਿਹੜਾ ਖਤਮ ਕੀਤਾ ਗਿਆ ਸੀ। ਲੇਕਿਨ ਇਸ ਵਾਰ ਜਿਹੜਾ ਇਫੈਕਟ ਖਤਮ ਕੀਤਾ ਗਿਆ ਉਹ ਸਾਰੀ ਹੀ ਸੋਧਾਂ ਦੇ ਵਿੱਚ ਜਿਹੜੀ ਕੈਟੇਗਰੀਜ਼ ਚੇਂਜ ਕਰਵਾਈਆਂ ਗਈਆਂ ਨੇ ਕੈਂਡੀਡੇਟਸ ਵੱਲੋਂ, ਉਹ ਖਤਮ ਕੀਤਾ ਗਿਆ। ਤਾਂ ਹੁਣ ਤਾਂ ਸਿਰਫ ਉਹੀ ਜਿਹੜੀ ਕੈਟੇਗਰੀ ਮੰਨੀ ਜਾਏਗੀ ਜਿਹੜੀ ਤੁਸੀਂ ਫੀਸ ਭਰਨ ਲੱਗੇ ਕਨਫਰਮ ਕੀਤੀ ਆ, ਤਾਂ ਸਾਰੀ ਹੀ ਕਨਵਰਜਨ ਜਿਹੜੀ ਕੀਤੀ ਗਈ ਆ ਉਹ ਸਾਰੀ ਕੈਂਸਲ ਹੋਏਗੀ ਤੇ ਜਿਹੜੇ ਕੈਂਡੀਡੇਟਸ ਹੈਗੇ ਉਹ ਆਪਣੀ ਲਿਸਟ ਦੇ ਵਿੱਚ ਵਾਪਸ ਜਾਣਗੇ। ਤਾਂ ਹਰ ਇੱਕ ਦੇ ਵਿੱਚ ਜਿੱਥੇ ਵੀ ਕਨਵਰਟ ਹੋਇਆ ਹੋਏਗਾ, ਚਾਹੇ ਉਹ EWS ਦੇ ਵਿੱਚ ਕੈਂਡੀਡੇਟਸ ਨੇ ਕਨਵਰਟ ਕੀਤਾ ਹੈ ਤਾਂ ਉਹਦੀ ਜਿਹੜੀ ਮੈਰਿਟ ਇੱਥੇ ਡਾਊਨ ਜਾਏਗੀ। ਤੇ ਅਗਰ ਜਿਹੜੀ ਹੈ ESM ਦੇ ਵਿੱਚ ਅਗਰ ਕਨਵਰਟ ਕੀਤਾ ਤਾਂ ਉਹਨਾਂ ਦੇ ਵਿੱਚ ਜਿਹੜੀ ਮੈਰਿਟ ਹੈ ਉਹ ਡਾਊਨ ਜਾਏਗੀ। ਅਗਰ ਉਹਨਾਂ ਨੇ ਕਿਸੇ ਹੋਰ ਕੈਟੇਗਰੀ ਦੇ ਵਿੱਚ ਜਿਵੇਂ SCMNB, RNTO, BCSM ਜਰਨਲ, ਸਪੋਰਟਸ ਜਰਨਲ, ESM ਜਰਨਲ ਦੇ ਵਿੱਚ ਕਨਵਰਟ ਕੀਤਾ ਹੈਗਾ ਤਾਂ ਉੱਥੇ ਜਿਹੜੀ ਹੈਗੀ ਉਹ ਵਾਪਸ ਜਾਏਗੀ। ਆਪਣੇ ਕੈਂਡੀਡੇਟਸ ਜਿਹੜੇ ਆਪਣੀ ਪੁਰਾਣੀ ਜਿਹੜੀ ਹੈਗੀ ਉਹਦੇ ਵਿੱਚ ਵਾਪਸ ਜਾਣਗੇ ਕੈਟੇਗਰੀ ਦੇ ਵਿੱਚ, ਤੇ ਉਹਨਾਂ ਕੈਟੇਗਰੀਜ਼ ਦੀ ਜਿਹੜੀ ਲਿਸਟ ਹੈਗੀ ਹੈ, ਮੈਰਿਟ ਹੈਗੀ ਆ ਉਹ ਡਾਊਨ ਜਾਏਗੀ। ਮੋਸਟਲੀ EWS ਦੇ ਵਿੱਚ ਕਨਵਰਟ ਕਰਵਾਇਆ ਗਿਆ ਸੀ ਤਾਂ ਉਹਦੀ ਮੈਰਿਟ ਜਿਹੜੀ ਹੈ ਡਾਊਨ ਜਾਏਗੀ। ਇਸ ਤੋਂ ਇਲਾਵਾ ਜਿਸ ਵੀ ਕੈਟੇਗਰੀ ਦੇ ਵਿੱਚ ਕਨਵਰਟ ਕਰਵਾਇਆ ਸੀ ਉਹਦੀ ਮੈਰਿਟ ਜਿਹੜੀ ਹੈ ਡਾਊਨ ਜਾਏਗੀ। ਪ੍ਰੋਸੈਸ ਸਾਰਾ ਜਿਹੜਾ ਨਵੇਂ ਸਿਰੇ ਤੋਂ ਸ਼ੁਰੂ ਹੋਏਗਾ, ਨਵੇਂ ਸਿਰੇ ਤੋਂ ਜਿਹੜੀਆਂ ਲਿਸਟਾਂ ਨੇਗੀਆਂ ਉਹ ਬਣ ਕੇ ਆਉਣਗੀਆਂ। ਤੇ ਇਸ ਤਰ੍ਹਾਂ ਜਿਹੜੀਆਂ ਨੇ ਹੁਣ ਦੇਖਦੇ ਹਾਂ ਕਿ ਜਿਹੜੀ ਲਿਸਟ ਨਵੀਂ ਸਿਰੇ ਤੋਂ ਆਉਂਦੀ ਹੈ ਉਹਦੇ ਵਿੱਚ ਕੀ ਜਿਹੜਾ ਇਫੈਕਟ ਹੈਗਾ ਉਹ ਸਰਕਾਰ ਲੈਂਦੀ ਹੈ ਤੇ ਕਿਸ ਤਰ੍ਹਾਂ ਜਿਹੜੀ ਨਵੀਂ ਲਿਸਟਾਂ ਜਾਰੀ ਕਰਦੀ ਹੈ। ਮੈਰਿਟ ਜਿਹੜੀ ਡਾਊਨ ਜਾਏਗੀ। ਹਾਂ, ਓਪਨ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਸਾਰੀ ਹੀ ਲਿਸਟਾਂ ਦੇ ਵਿੱਚ, ਸਾਰੇ ਸਬਜੈਕਟਸ ਦੇ ਵਿੱਚ ਓਪਨ ਦੇ ਵਿੱਚ ਕੁਝ ਖਾਸ ਇਫੈਕਟ ਮੈਨੂੰ ਪੈਂਦਾ ਨਜ਼ਰ ਨਹੀਂ ਆਉਂਦਾ। ਅਗਰ ਇਫੈਕਟ ਹੋਏਗਾ ਤਾਂ ਕੈਟੇਗਰੀਜ਼ ਵਾਲੀ ਜਿਹੜੀ ਲਿਸਟ ਹੈਗੀ ਆ ਉੱਥੇ ਹੀ ਇਫੈਕਟ ਜਿਹੜਾ ਨਜ਼ਰ ਆਏਗਾ। ਇਸਦਾ ਓਪਨ ਦੀ ਲਿਸਟ ਜਾਂ ਓਪਨ ਦੀ ਅਗਰ ਆਪਾਂ ਕੱਟ ਆਫ ਕਹੀਏ ਤਾਂ ਉੱਥੇ ਕੁਝ ਖਾਸ ਇਫੈਕਟ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਬਾਕੀ ਜਿਹੜੀ ਆਪਾਂ ਗੱਲ ਕਰ ਲਈਏ ਕੇਸਿਸ, ਜਿਵੇਂ ਆਪਾਂ ਨੂੰ ਪਤਾ ਹੈ ਜਿਹੜੇ 5 ਮਾਰਕਸ ਦੇ ਰਿਲੇਟਡ ਇੱਕ ਕੇਸ ਆਪਾਂ ਇਦੋਂ ਪਹਿਲਾਂ ਗੱਲ ਕੀਤੀ ਸੀਗੀ ਇੱਕ ਵੀਡੀਓ ਦੇ ਵਿੱਚ, ਤਾਂ ਉਹ ਕੇਸ ਵੀ ਲੱਗਿਆ ਹੋਇਆ, ਉਸਦਾ ਜਿਹੜਾ ਫੈਸਲਾ ਹੋਣਾ ਬਾਕੀ। ਹੋਰ ਵੀ ਕਈ ਕੇਸ ਲੱਗੇ ਹੋਏ ਆ ਜਿਵੇਂ ਆਪਾਂ ਐਜੂਕੇਸ਼ਨ ਪ੍ਰੋਵਾਈਡਰਸ ਦੇ ਉਸਦੇ ਰਿਗਾਰਡਿੰਗ ਵੀ ਇੱਕ ਜਿਹੜਾ ਕੇਸ ਲੱਗਿਆ ਹੋਇਆ। ਇਸ ਤੋਂ ਇਲਾਵਾ ਹੋਰ ਵੀ ਕਈ ਕੇਸ ਲੱਗੇ ਹੁੰਦੇ ਆ ਜਿਹੜੇ ਉਹਨਾਂ ਦਾ ਫੈਸਲੇ ਦੇ ਅਕੋਰਡਿੰਗ ਜਿਹੜੀ ਲਿਸਟਾਂ ਨੇ ਤੇ ਉਹਦੇ ਜਿਹੜੀ ਮੈਰਿਟ ਹੈ ਫਿਰ ਉਸ ਦੇ ਅਕੋਰਡਿੰਗ ਵੀ ਜਿਹੜੀ ਆ ਉਹ ਡਾਊਨ ਜਾਏਗੀ। ਉਹਦੀ ਗੱਲ ਜਿਹੜੀ ਆਪਾਂ ਆਲਰੇਡੀ ਕਈ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ ਵੀ ਕਿਸ ਤਰ੍ਹਾਂ ਉਹਨਾਂ ਦਾ ਇਫੈਕਟ ਜਿਹੜਾ ਪਏਗਾ। ਫਿਲਹਾਲ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਅੱਜ ਦੇ ਨੋਟਿਸ ਦੀ ਗੱਲ ਕੀਤੀ ਹੈ ਤੇ ਉਸਦੇ ਅਕੋਰਡਿੰਗ ਜਿਹੜੀ ਹੈ ਮੈਰਿਟ ਹੁਣ ਡਾਊਨ ਜਾਏਗੀ। ਕਿਸ ਕੈਟੇਗਰੀਜ਼ ਦੀ ਡਾਊਨ ਜਾਏਗੀ? ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟਸ ਨੇ ਕਨਵਰਟ ਕਰਵਾਇਆ ਹੋਏਗਾ। ਜਿੱਥੇ ਤੱਕ ਆਪਾਂ ਨੂੰ ਨਿਊਜ਼ ਮਿਲੀ ਹੈ EWS ਦੇ ਵਿੱਚ ਸਭ ਤੋਂ ਵੱਧ ਕਨਵਰਟ ਕਰਵਾਇਆ ਸੀਗਾ। ਇਸ ਤੋਂ ਇਲਾਵਾ ਬਾਕੀ ਹੋਰ ਕੈਟੇਗਰੀਜ਼ ਦੇ ਵਿੱਚ ਵੀ ਕਨਵਰਟ ਕਰਾਇਆ ਹੋਗਾ ਤਾਂ ਉਹਦੀ ਮੈਰਿਟ ਵੀ ਜਿਹੜੀ ਆ ਡਾਊਨ ਜਾਏਗੀ। ਹੁਣ ਨਵੇਂ ਸਿਰੇ ਤੋਂ ਜਿਹੜੀਆਂ ਨੇ ਲਿਸਟਾਂ ਬਣ ਕੇ ਆਉਣਗੀਆਂ। ਇਹ ਹੈਗੇ ਕੇਸ ਲੱਗੇ ਹੋਏ ਜਿਵੇਂ ਆਪਾਂ ਨੂੰ ਪਤਾ 664 ਬੈਕਲੌਗ ਦੀਆਂ ਪੋਸਟਾਂ ਤੇ ਜਿਹੜਾ ਆਪਾਂ ਨੂੰ ਪਤਾ 5 ਮਾਰਕਸ ਐਕਸਟਰਾ ਦੇਣ ਵਾਲਾ ਜਿਹੜਾ ਹੈਗਾ ਕੇਸ ਲੱਗਿਆ ਹੋਇਆ। ਹੁਣ ਉਸਦਾ ਫੈਸਲਾ ਕਿਵੇਂ ਆਉਂਦਾ ਹੈ? ਇਕੱਲੀਆਂ 664 ਪੋਸਟਾਂ ਤੇ ਕੰਸੀਡਰ ਕੀਤਾ ਜਾਂਦਾ ਜਾਂ ਫਿਰ ਸਾਰਿਆਂ ਤੇ ਕੰਸੀਡਰ ਕੀਤਾ ਜਾਏਗਾ? ਉਹਦੇ ਅਕੋਰਡਿੰਗ ਵੀ ਲਿਸਟਾਂ ਜਿਹੜੀਆਂ ਉਹ ਫਿਰ ਦੁਬਾਰਾ ਬਣਨਗੀਆਂ। ਕਾਫੀ ਜਿਹੜਾ ਪ੍ਰੋਸੈਸ ਜਿਹੜਾ ਹੈਗਾ ਨਵੇਂ ਸਿਰਿਓਂ ਜਿਹੜਾ ਸ਼ੁਰੂ ਹੋਏਗਾ। ਤਾਂ ਦੇਖਦੇ ਹਾਂ ਜੀ ਅੱਗੇ ਕੀ ਫੈਸਲਾ ਆਉਂਦਾ ਕੋਰਟ ਦਾ। ਫਿਲਹਾਲ ਦਾ ਕੀ ਇਫੈਕਟ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। 2364 EDT ਪੋਸਟਾਂ ਤੇ ਇਹ ਇਫੈਕਟ ਪਏਗਾ ਕਿ ਹੁਣ ਮੈਰਿਟ ਜਿਹੜੀ ਆ ਉਹ ਡਾਊਨ ਜਾਏਗੀ ਤੇ ਲਿਸਟਾਂ ਨੇ ਜਿਹੜੀ ਸਾਰੀਆਂ ਉਹ ਨਵੇਂ ਸਿਰੇ ਤੋਂ ਬਣ ਕੇ ਆਉਣਗੀਆਂ। ਤੇ ਆਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਨਾਲ ਤਾਂ ਕਿ ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚ ਸਕੇ। ਤੇ ਨਾਲ ਹੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਜੇ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ, ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਆਪਾਂ ਤੁਹਾਡੇ ਸਾਰੇ ਜਿਹੜੇ ਡਾਊਟਸ ਆ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਫੇਸਬੁੱਕ 'ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਸਾਰੀ ਵੀਡੀਓਜ਼ ਨੂੰ ਟਾਈਮ ਸਿਰ ਪਾਉਣ ਲਈ ਤੁਹਾਨੂੰ ਨੋਟੀਫਿਕੇਸ਼ਨ ਔਨ ਕਰਨੀ ਪੈਣੀ ਹੈ, ਸੋ ਪਲੀਜ਼ ਨੋਟੀਫਿਕੇਸ਼ਨ ਨੂੰ ਔਨ ਕਰ ਲਓ। ਨੋਟੀਫਿਕੇਸ਼ਨ ਕਿਸ ਤਰ੍ਹਾਂ ਔਨ ਹੋ ਸਕਦੀ ਹੈ? ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰੋਗੇ ਤੇ ਉੱਥੇ ਆਲ ਦਾ ਆਪਸ਼ਨ ਆਏਗਾ, ਤੁਸੀਂ ਆਲ ਨੂੰ ਕਲਿੱਕ ਕਰ ਲਓਗੇ ਤਾਂ ਤੁਹਾਡੀ ਸਾਰੀ ਨੋਟੀਫਿਕੇਸ਼ਨਸ ਜਿਹੜੀਆਂ ਔਨ ਹੋ ਜਾਣਗੀਆਂ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।